फ़ोन ਦੀ ਘੰਟੀ ਬਾਰ-ਬਾਰ ਵੱਜਣ ਤੋਂ ਬਾਅਦ ਆਖਿਰ ਮੈਂ ਫ਼ੋਨ ਚੁੱਕ ਹੀ ਲਿਆ। ਡੰਡੀ, ਸੈਂਪਲ ਲਗਾਉਣ ਲਈ ਟੇਬਲ ਤਿਆਰ ਹੈ, ਕਹਿ ਕੇ 5 ਤਾਰਾ ਹੋਟਲ ਦੇ ਇੰਜੀਨੀਅਰ ਨੇ ਫ਼ੋਨ ਕੱਟ ਦਿੱਤਾ। ਡੰਡੀ, ਮੈਂ ਜਲਦੀ ਗੱਡੀ ਸਟਾਰਟ ਕਰਕੇ ਹੋਟਲ ਵੱਲ ਨੂੰ ਚੱਲ ਪਿਆ। ਡੰਡੀ, ਮੈਂ ਕਈ ਦਿਨਾਂ ਤੋਂ ਉਸ ਨੂੰ ਨਜ਼ਰ-ਅੰਦਾਜ਼ ਕਰਕੇ ਰਿਹਾ ਸੀ ਕਿ ਮੈਨੂੰ ਅਜੇ ਉਸ ਪ੍ਰੋਜੈਕਟ ਦਾ ਆਰਡਰ ਨਹੀਂ ਸੀ ਮਿਲਿਆ। ਅਕਸਰ ਅਸੀਂ ਕੋਈ ਵੀ ਸੈਂਪਲ ਆਰਡਰ ਮਿਲਣ ਤੋਂ ਬਾਅਦ ਹੀ ਲਗਾਉਂਦੇ ਹਾਂ। ਡੰਡੀ, ਇਸ ਕਰਕੇ ਮੈਂ ਆਰਡਰ ਦੀ ਉਡੀਕ ਕਰ ਰਿਹਾ ਸੀ। ਡੰਡੀ, ਪਰ ਹਰ ਸਾਲ ਵਿੱਚ ਇਸ ਦਾ ਕੰਮ ਠੇਕਾ ਸਾਡੀ ਕੰਪਨੀ ਨੂੰ ਹੀ ਮਿਲਦਾ ਸੀ। ਆਰਡਰ ਮਿਲੇ ਜਾਂ ਨਾ ਮਿਲੇ, ਸੈਂਪਲ ਫ੍ਰੀ ਹੀ ਲਗਾ ਕੇ ਦੇਣਾ ਪੈਣਾ ਸੀ। ਡੰਡੀ, ਇਸ ਲਈ ਮੈਂ ਅਜੇ ਇੰਨੀ ਦਿਲਚਸਪੀ ਨਹੀਂ ਦਿਖਾ ਰਿਹਾ ਸੀ। ਡੰਡੀ, ਮੈਨੂੰ ਕਿਹਾ ਸੀ ਕਿ ਟੇਬਲ ਮੈਂ ਆਪਣੀ ਵਰਕਸ਼ਾਪ ਵਿੱਚ ਰਖਵਾ ਦੇਵਾਂਗਾ, ਤੁਸੀਂ ਉੱਥੇ ਚੁੱਕ ਕੇ ਲੈ ਜਾਣਾ। ਡੰਡੀ, ਮੇਰੀ ਕੰਪਨੀ ਦੇ ਕਾਰੀਗਰ ਦੂਸਰੀ ਸਾਈਟ 'ਤੇ ਬਿਜੀ ਸਨ। ਡੰਡੀ, ਇਸ ਕਰਕੇ ਮੈਂ ਇਕੱਲਾ ਜੀ ਟੇਬਲ ਲੈ ਜਾ ਚਲਾ ਗਿਆ। ਇੰਜੀਨੀਅਰ ਹੋਣ ਦੇ ਬਾਵਜੂਦ ਅਕਸਰ ਮੈਂ ਛੋਟਾ-ਮੋਟਾ ਕੰਮ ਕਰਨ ਵਿੱਚ ਆਪਣੀ ਸ਼ਰਮ ਮਹਿਸੂਸ ਨਹੀਂ ਕਰਦਾ। ਡੰਡੀ, ਮੇਰੇ ਦਿਮਾਗ ਵਿੱਚ ਸੀ ਕਿ ਟੇਬਲ ਹੋਟਲ ਦੀ ਵਰਕਸ਼ਾਪ ਵਿੱਚ ਹੀ ਹੋਵੇਗਾ ਅਤੇ ਮੈਂ ਆਰਾਮ ਨਾਲ ਉਸ ਨੂੰ ਚੁੱਕ ਕੇ ਗੱਡੀ ਦੀ ਡਿੱਗੀ ਵਿੱਚ ਰੱਖ ਲਵਾਂਗਾ। ਡੰਡੀ, ਗੱਡੀ ਉਹਨਾਂ ਦੀ ਵਰਕਸ਼ਾਪ ਦੇ ਬਿਲਕੁਲ ਨੇੜੇ ਪਾਰਕ ਹੁੰਦੀ ਸੀ। ਡੰਡੀ, ਪਰ ਮੇਰੀ ਸੋਚ ਤੋਂ ਉਲਟ ਟੇਬਲ ਵਰਕਸ਼ਾਪ ਵਿੱਚ ਨਹੀਂ ਸੀ। ਡੰਡੀ, ਹੁਣ ਫ਼ੋਨ ਕਰਨ 'ਤੇ ਪਤਾ ਲੱਗਾ ਕਿ ਉਹ ਆਪ ਵੀ ਇਸੇ ਮੀਟਿੰਗ ਵਿੱਚ ਬਿਜੀ ਸੀ। ਡੰਡੀ, 15-20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਆਪਣਾ ਇੱਕ ਸੁਪਰਵਾਈਜ਼ਰ, ਜੋ ਕਿ ਦੇਖਣ ਨੂੰ ਇੱਕ ਸਾਊਥ ਇੰਡੀਅਨ ਲੱਗਦਾ ਸੀ, ਟੇਬਲ ਦੇ ਡਿਲੀਵਰੀ ਪੇਪਰ ਤੇ ਕੇ ਮੇਰੇ ਕੋਲ ਭੇਜ ਦਿੱਤਾ। ਡੰਡੀ, ਮੈਂ ਪੇਪਰ ਚੁੱਕ ਕੇ ਪੁੱਛਿਆ ਕਿ ਟੇਬਲ ਕਿੱਥੇ ਹੈ। ਉਹ ਕਹਿੰਦਾ ਕਿ ਟੇਬਲ ਤਾਂ ਤੀਜੀ ਮੰਜ਼ਲ 'ਤੇ ਇੱਕ ਰੈਸਟੋਰੈਂਟ ਵਿੱਚ ਪਿਆ ਹੈ। ਡੰਡੀ, ਜੋ ਕਿ ਤੁਹਾਨੂੰ ਆਪ ਹੀ ਲਿਆਉਣਾ ਪਵੇਗਾ। ਡੰਡੀ, ਮੈਂ ਉਸ ਨੂੰ ਕਿਹਾ, ਤੁਹਾਡੇ ਬੌਸ ਨੇ ਤਾਂ ਕਿਹਾ ਸੀ ਕਿ ਟੇਬਲ ਵਰਕਸ਼ਾਪ ਵਿੱਚ ਹੋਵੇਗਾ। ਡੰਡੀ, ਜੇਕਰ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਉਹ ਦੱਸ ਦਿੰਦਾ ਤਾਂ ਮੈਂ ਆਪਣੇ ਨਾਲ 2 ਬੰਦੇ ਲੈ ਆਉਂਦਾ। ਡੰਡੀ, ਪਰ ਉਸਨੇ ਕੁਝ ਵੀ ਜਵਾਬ ਨਹੀਂ ਦਿੱਤਾ। ਡੰਡੀ, ਉਹ ਸੁਪਰਵਾਈਜ਼ਰ ਬਹੁਤ ਹੀ ਅੜਕ ਖਾ ਟਾਈਪ ਦਾ ਬੰਦਾ ਲੱਗ ਰਿਹਾ ਸੀ। ਡੰਡੀ, ਮੈਂ ਥੋੜਾ ਸੋਚਣ ਤੋਂ ਬਾਅਦ ਉਸ ਤੋਂ ਇੱਕ ਹੈਡ ਟਰਾਲੀ ਦੀ ਮੰਗ ਕੀਤੀ ਤਾਂ ਟੇਬਲ ਉੱਪਰ ਤੋਂ ਥੱਲੇ ਲਿਆਉਣ ਵਿੱਚ ਮੇਰੀ ਮਦਦ ਹੋ ਜਾਵੇਗੀ। ਡੰਡੀ, ਉਸਨੇ ਮੈਨੂੰ ਚੰਗੀ ਖਰੀ ਖੋਟੀ ਸੁਣਾ ਦਿੱਤੀ ਅਤੇ ਕੋਈ ਵੀ ਸਹਾਇਤਾ ਕਰਨ ਲਈ ਤਿਆਰ ਨਹੀਂ ਹੋਇਆ। ਡੰਡੀ, ਫਿਰ ਮੈਂ ਆਪਣੀ ਗੱਡੀ ਵੱਲ ਵਾਪਸ ਆ ਗਿਆ। ਗੱਡੀ ਦੀ ਟੂਲ ਟੈਕਟ ਵਿੱਚੋਂ ਮੈਂ ਇੱਕ ਪੇਚਕਸ ਕੱਢਿਆ ਅਤੇ ਸੋਚਿਆ ਕਿ ਹੁਣ ਕੋਈ ਚਾਰਾ ਨਹੀਂ ਪਰ ਸਿਵਾਏ ਟੇਬਲ ਨੂੰ ਖੋਲ ਕੇ 2-3 ਪੀਸ ਕਰਕੇ ਹੌਲੀ-ਹੌਲੀ ਥੱਲੇ ਲੈ ਕੇ ਆਉਣ ਦੇ। ਡੰਡੀ, ਇਹ ਸਕੀਮ ਲਗਾ ਕੇ ਮੈਂ ਪੇਚਕਸ ਜੇਬ ਵਿੱਚ ਪਾ ਕੇ ਲਿਆਇਆ ਤੇ ਉਸ ਨੂੰ ਆਪਣੇ ਨਾਲ ਰੈਸਟੋਰੈਂਟ ਵੱਲ ਜਾਣ ਲਈ ਕਿਹਾ। ਉਹ ਅੱਗੇ ਬਬੂਲਾ ਹੋਇਆ ਮੇਰੇ ਅੱਗੇ ਜਾਣ ਲੱਗਾ। ਡੰਡੀ, ਰੈਸਟੋਰੈਂਟ ਪਹੁੰਚ ਕੇ ਮੈਂ ਟੇਬਲ ਨੂੰ ਉਲਟਾ ਦਿੱਤਾ ਤੇ ਉਸਦੇ ਪੇਚ ਖੋਲ੍ਹਣ ਲੱਗ ਗਿਆ। ਡੰਡੀ, ਅਜੇ ਅੱਧੇ ਪੇਚ ਖੋਲ੍ਹੇ ਹੀ ਸਨ ਕਿ ਅਚਾਨਕ ਮੇਰਾ ਧਿਆਨ ਮੇਰੀ ਜੇਬ ਵਿੱਚ ਪਏ ਆਈਫੋਨ 'ਤੇ ਗਿਆ। ਮੈਂ ਸੋਚ ਰਿਹਾ ਸੀ ਕਿ ਫ਼ੋਨ ਆਪਣੀ ਜੇਬ ਵਿੱਚੋਂ ਕੱਢ ਲਿਆ। ਜੇਕਰ ਮੈਂ ਟੇਬਲ 'ਤੇ ਖੋਲ੍ਹੇ ਹੋਏ ਪੇਚ ਗਲਤੀ ਨਾਲ ਆਪਣੀ ਜੇਬ ਵਿੱਚ ਪਾ ਲਏ ਤਾਂ ਮੇਰੇ ਮਹਿੰਗੇ ਆਈਫੋਨ 'ਤੇ ਝਰੀਟਾਂ ਲੱਗ ਜਾਣਗੀਆਂ। ਡੰਡੀ, ਉਸ ਸੁਪਰਵਾਈਜ਼ਰ ਦੀ ਅਚਾਨਕ ਨਜ਼ਰ ਮੇਰੇ ਆਈਫੋਨ 'ਤੇ ਪੈ ਗਈ ਅਤੇ ਦੇਖਦੇ ਸਾਰ ਹੀ ਕਹਿੰਦਾ, ਤੁਸੀਂ ਰਬਾਬ ਹੋ? ਮੈਂ ਵੀ ਹਾਂ, ਇਸ ਵਿੱਚ ਸਿਰ ਹਿਲਾ ਦਿੱਤਾ। ਫ਼ੋਨ ਦੇਖਦੇ ਸਾਰ ਉਸ ਦਾ ਮੇਰੇ ਪ੍ਰਤੀ ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਅਤੇ ਮੈਨੂੰ ਕਹਿੰਦਾ, ਤੁਸੀਂ ਰਹਿਣ ਦਿਓ, ਅਤੇ ਜਲਦੀ ਨਾਲ ਪੇਚਕਸ ਮੇਰੇ ਹੱਥਾਂ ਤੋਂ ਖੋਹ ਲਿਆ ਅਤੇ ਆਪ ਹੀ ਪੇਚ ਖੋਲ੍ਹਣ ਲੱਗ ਗਿਆ। ਨਾਲ ਹੀ ਮੋਬਾਈਲ ਫੋਨ ਕਿਸੇ ਨੂੰ ਫੋਨ ਕਰਨ ਲੱਗਾ। ਅਜੇ ਟੇਬਲ ਪੂਰਾ ਖੋਲ੍ਹਾ ਹੀ ਨਹੀਂ ਸੀ ਕਿ ਉਸਦੇ 2 ਵਰਕਰ ਉੱਥੇ ਪਹੁੰਚ ਗਏ ਤੇ ਫਟਾਫਟ ਦੋਵੇਂ ਟੇਬਲ ਚੁੱਕ ਕੇ ਥੱਲੇ ਲੈ ਆਏ, ਮੇਰੀ ਗੱਡੀ ਵਿੱਚ ਲੋਡ ਕਰ ਦਿੱਤਾ। ਮੈਂ ਦੋਵਾਂ ਦਾ ਧੰਨਵਾਦ ਕੀਤਾ ਤੇ ਜਾਣਨ ਲੱਗੇ ਕਿ ਮੈਂ ਮਹਿਸੂਸ ਕੀਤਾ ਕਿ ਉਸ ਬੰਦੇ ਦੀਆਂ ਅੱਖਾਂ ਵਿੱਚ ਹਲਕਾ ਪਾਣੀ ਨਜ਼ਰ ਆ ਰਿਹਾ ਸੀ। ਕਿਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ 2 ਹੱਥ ਜੋੜ ਕੇ ਮਾਫ਼ੀ ਮੰਗ ਰਿਹਾ ਹੋਵੇ।
ਮੈਨੂੰ ਗੱਡੀ ਵਿੱਚ ਵਾਪਸ ਆਉਂਦੇ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਦਾ ਅੱਜ ਮੇਰੇ ਆਈਫੋਨ ਨੇ ਆਪਣਾ ਸਾਰਾ ਮੁੱਲ ਮੋੜ ਦਿੱਤਾ ਹੋਵੇ। ਹੁਣੇ ਅਚਾਨਕ ਵਾਪਰੀ ਘਟਨਾ ਬਾਅਦ ਉਸਦੀ ਬਿਰਤੀ ਉਸਦੇ ਅਤੀਤ ਨਾਲ ਜੁੜ ਗਈ ਅਤੇ ਉਸ ਨੂੰ ਯਾਦ ਆਇਆ ਤੇ ਉਸਦਾ ਬਾਪ ਅਕਸਰ ਕਹਿੰਦਾ ਹੁੰਦਾ ਸੀ, ਸੁੱਕੀ ਪੁੱਤਰ, ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਿਆ ਕਰੋ। ਜੋ ਕੁਝ ਆਪਾਂ ਖਾਂਦੇ ਹਾਂ, ਵਰਤਦੇ ਹਾਂ, ਉਹਦੇ ਨਾਲ ਉਹਨਾਂ ਲੋਕਾਂ ਦਾ ਵੀ ਹਿੱਸਾ ਹੈ। ਇਸ ਲਈ ਬਾਪੂ ਜੀ ਫਸਲ ਕੱਟਣ ਤੋਂ ਬਾਅਦ ਜਿੰਨਾ ਅਨਾਜ ਘਰ ਵਿੱਚ ਆਪਣੀ ਲੋੜ ਵਾਸਤੇ ਰੱਖਦੇ ਸਨ, ਓਨਾ ਹੀ ਆਪਣੇ ਕਾਮਿਆਂ ਦੀਆਂ ਲੋੜਾਂ ਵਾਸਤੇ ਰੱਖਦੇ ਸਨ, ਤਾਂ ਕਿ ਕਿਸੇ ਕਾਮੇ ਦੇ ਘਰ ਜ਼ਹਿਮਤ ਆ ਜਾਵੇ, ਤਾਂ ਕਿਸੇ ਦੀ ਬੇਟੀ ਦਾ ਵਿਆਹ ਆ ਜਾਵੇ ਜਾਂ ਦਾਣੇ ਮੁੱਕ ਜਾਣ ਤਾਂ ਉਸ ਨੂੰ ਦਾਣਾ ਫਿੱਕਾ ਕਰ ਦਿੱਤਾ ਜਾਵੇ। ਤੇ ਉਸ ਨੂੰ ਇਹ ਵੀ ਯਾਦ ਆਇਆ ਕਿ ਮਦਦ ਦੇ ਰੂਪ ਵਿੱਚ ਦਿੱਤੇ ਗਏ ਇਸ ਦਾਣੇ ਫਿੱਕੇ ਦਾ ਬਾਪੂ ਜੀ ਕਦੇ ਵੀ ਹਿਸਾਬ ਕਿਤਾਬ ਨਹੀਂ ਰੱਖਦੇ ਸਨ, ਸਗੋਂ ਆਪਣੇ ਖੇਤਾਂ ਵਿੱਚ ਪੈਦਾ ਕੀਤੀਆਂ ਦਾਲਾਂ, ਸਬਜ਼ੀਆਂ ਅਤੇ ਹੋਰ ਖੇਤੀ ਜਿਨਸਾਂ ਵੀ ਉਹਨਾਂ ਨੂੰ ਦੇ ਕੇ ਅਕਸਰ ਖੁਸ਼ ਹੁੰਦੇ ਸਨ। ਅਤੀਤ ਵਿੱਚ ਅਜਿਹੀਆਂ ਯਾਦਾਂ ਵਿੱਚੋਂ ਸੁੱਖੀ ਨੂੰ ਇੱਕ ਘਟਨਾ ਯਾਦ ਆਈ। ਰਾਤ ਨੂੰ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲਾ ਕਾਮਾ ਜਾਗਦਾ ਖਾਣਾ ਖਾ ਰਿਹਾ ਸੀ। ਸਰੀਰੋਂ ਬਹੁਤ ਦੁਖੀ ਸੀ। ਸ਼ਹਿਰੋਂ ਵਿਆਹ ਕਰਕੇ ਲਿਆਂਦੀ ਉਸਦੀ ਭਰਜਾਈ ਨੇ ਦੁੱਧ ਗਰਮ ਕਰਕੇ ਸਾਰਿਆਂ ਨੂੰ ਪੀਣ ਲਈ ਦੁੱਧ ਦੇ ਗਲਾਸ ਫੜਾ ਦਿੱਤੇ ਅਤੇ ਮੇਰੇ ਵੀਰ ਨੇ ਕਿਹਾ, ਚਾਚੇ ਜਗਤੇ ਨੂੰ ਦੁੱਧ ਕਿਉਂ ਨਹੀਂ ਦਿੱਤਾ? ਡੰਡੀ, ਉਸ ਨੂੰ ਦੁੱਧ ਕਿਉਂ ਦੇਈਏ? ਖਾਣਾ ਖਿਲਾ ਦਿੱਤਾ, ਤਨਖਾਹ ਦਿੰਨੇ ਆ, ਹੋਰ ਉਸ ਨੂੰ ਕੀ ਚਾਹੀਦਾ? ਭਾਬੀ ਜੀ ਨੇ ਜਜ਼ਬਾਤੀ ਹੋ ਕੇ ਜਵਾਬ ਦਿੱਤਾ। ਵੀਰ ਜੀ ਨੇ ਸਮਝਾਇਆ, ਲਵੇਰੀਆਂ ਦੀ ਸੇਵਾ ਜਗਤਾ ਹੀ ਕਰਦਾ ਹੈ, ਉਹ ਦੁੱਧ ਵਿੱਚ ਇਸੇ ਦਾ ਪੈਦਾ ਕੀਤਾ ਹੋਇਆ ਹੈ। ਅਸੀਂ ਸਾਰੇ ਦੁੱਧ ਪੀਂਦੇ ਹੋਏ ਤਾਂ ਇਹ ਬੈਠਾ ਵੇਖੇ, ਸਾਨੂੰ ਚੰਗਾ ਨਹੀਂ ਲੱਗਦਾ। ਡੰਡੀ, ਅਜਿਹਾ ਜਵਾਬ ਸੁਣ ਕੇ ਵੀਰ ਜੀ ਨੇ ਗਲਾਸ ਫਰਸ਼ ਤੇ ਰੱਖ ਦਿੱਤਾ ਤੇ ਇਹ ਆਖ ਕੇ ਭਾਰੇ ਮਨ ਨਾਲ ਬਾਹਰ ਚਲੇ ਗਏ ਤੇ ਮੈਂ ਜਗਤੇ ਦੇ ਸਾਹਮਣੇ ਉਸ ਨੂੰ ਦੁੱਧ ਦਿੱਤੇ ਬਿਨਾਂ ਦੁੱਧ ਨਹੀਂ ਪੀਤਾ। ਭਾਬੀ ਜੀ ਦਾ ਮਨ ਖੇਤੀਬਾੜੀ ਦੇ ਕੰਮ ਵਿੱਚ ਨਹੀਂ ਸੀ ਲੱਗ ਰਿਹਾ। ਉਹ ਤਾਂ ਨੌਕਰੀ ਕਰਨੀ ਚਾਹੁੰਦੀ ਸੀ ਅਤੇ ਨੌਕਰੀ ਲਈ ਆਪਣੀ ਇੱਛਾ ਉਸਨੇ ਕਈ ਵਾਰ ਪਰਿਵਾਰ ਅੱਗੇ ਪ੍ਰਗਟ ਕੀਤੀ ਸੀ। ਡੰਡੀ।